ਭਾਈ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਵੀ ਮਹਾਂਪੁਰਖਾਂ ਨਾਲ ਪ੍ਰੇਮ ਸੀ। ਉਹਨਾਂ ਨੇ ਇੱਕ ਯਾਦ ਦੇ ਅੰਦਰ, ਕਿਉਂਕਿ ਸਮਾਂ ਇਹੋ ਜਿਹਾ ਸੀ ਕਿ ਮਹਾਂਪੁਰਖਾਂ ਦੇ ਨਾਮ ਤੇ ਜੋ ਨਾਮ ਲੈਂਦਾ ਸੀ ਜਾਂ ਫੋਟੋਆਂ ਸਨ ਉਹਨਾਂ ਤੇ ਬੈਨ ਕੀਤਾ ਗਿਆ। ਸਵਾਲ ਇਹ ਵੀ ਆ, ਸੰਤ ਜੀ ਦੇ ਨਾਮ ਨਾਲ ਜਿਹੜਾ ਭਿੰਡਰਾਂ ਵਾਲਾ ਲੱਗਿਆ ਹੋਇਆ, ਕਿਉਂਕਿ ਉਹਨਾਂ ਦਾ ਜਨਮ ਸਥਾਨ ਤਾਂ ਰੋਡੇ ਪਿੰਡ ਦਾ ਆ, ਜ਼ਿਲ੍ਹਾ ਮੋਗਾ ਦਾ ਪਿੰਡ ਆ। ਜਿਹੜਾ ਭਿੰਡਰ ਪਿੰਡ ਆ ਉਹ ਵੀ ਜ਼ਿਲ੍ਹਾ ਮੋਗਾ ਦਾ ਹੀ ਪਿੰਡ ਆ, ਤੇ ਸੰਤਾਂ ਦੇ ਨਾਮ ਨਾਲ ਭਿੰਡਰਾਂ ਵਾਲੇ ਨਾਮ ਕਿੱਦਾਂ ਜੁੜੇ? ਮਹਾਂਪੁਰਖਾਂ ਦਾ ਅਸਲ ਜਿਹੜਾ ਜਨਮ ਹੈ ਉਹ ਰੋਡੇ ਨਗਰ ਅੰਦਰ ਹੀ ਹੈ। ਇਸ ਨਗਰ ਦੇ ਅੰਦਰ ਹੈ ਜੋ ਅਸਥਾਨ ਆਪ ਵੇਖ ਰਹੇ ਹੋ। ਇਸ ਸਥਾਨ ਦੇ ਅੰਦਰ ਮਹਾਂਪੁਰਖਾਂ ਦਾ ਜਿਹੜਾ ਜਨਮ ਸੀ ਉਹ ਬੀਤਿਆ। ਜਿੰਨਾ ਚਿਰ ਬੰਦਾ ਆਪਣੇ ਆਪ ਨੂੰ, ਕੋਈ ਵੀ ਪ੍ਰਚਾਰਕ, ਕੋਈ ਵੀ ਕੀਰਤਨੀਆ ਆਪਣੇ ਆਪ ਨੂੰ ਗੁਰਬਾਣੀ ਨਾਲ ਸਮਰਪਿਤ ਨਹੀਂ ਕਰਦਾ, ਗੁਰੂ ਦਾ ਅਦਬ ਨਹੀਂ ਧਾਰਦਾ, ਉਹਨਾਂ ਚਿਰ ਕੁਝ ਪ੍ਰਾਪਤੀ ਨਹੀਂ। 2 ਜੂਨ 1984 ਨੂੰ ਜਦ ਫੌਜਾਂ ਚੜ੍ਹ ਕੇ ਦਰਬਾਰ ਸਾਹਿਬ ਦੇ ਉੱਪਰ ਆ ਗਈਆਂ ਤਾਂ ਕੁਝ ਜਿਹੜੇ ਵਾਕਿਆ ਨੇ ਤੁਹਾਨੂੰ ਯਾਦ ਹੋਣਗੇ। ਜਿਹੜੇ ਸੰਤਾਂ ਨੇ ਉਦੋਂ ਜਿਹੜੇ ਸਿੰਘ ਸੀਗੇ ਨਾਲ, ਉਹਨਾਂ ਨੂੰ ਕਿਹਾ ਜਾਂ ਬਿਆਨ ਕੀਤੇ ਕੁਝ, ਉਹ ਸਾਨੂੰ ਦੱਸ ਸਕਦੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਸੁਖ ਗਿੱਲ। ਅੱਜ ਗੱਲ ਕਰਾਂਗੇ ਸਿੱਖ ਪੰਥ ਦੇ ਉਸ ਮਹਾਨ ਯੋਧੇ ਦੀ, ਜਿਸ ਨੂੰ ਅੱਜ ਪੂਰੇ 37 ਸਾਲ ਹੋ ਗਏ ਨੇ ਸ਼ਹਾਦਤ ਦਿੱਤੀ ਨੂੰ। ਕਿਉਂਕਿ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਕਾਂਗਰਸ ਸਰਕਾਰ ਨੇ ਜਦ ਹਮਲਾ ਕੀਤਾ ਤਾਂ ਉਸ ਮੌਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਨ। ਅੱਜ ਅਸੀਂ ਉਸ ਸਥਾਨ 'ਤੇ ਬੈਠੇ ਹਾਂ ਜਿੱਥੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਜਨਮ ਦਿਨ ਹੋਇਆ, ਜਿੱਥੇ ਉਹ ਨਿੱਕੇ ਹੁੰਦੇ ਖੇਡੇ, ਪਲੇ ਔਰ ਵੱਡੇ ਹੋਏ। ਇੱਥੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ, ਜਿਹੜਾ ਕਿ ਤੁਸੀਂ ਸ਼ਾਟਾਂ ਦੇ ਵਿੱਚ ਦੇਖੋਗੇ। ਅੱਜ ਉਹਨਾਂ ਦੀ ਜੀਵਨੀ ਬਾਰੇ ਗੱਲਬਾਤ ਕਰਨ ਵਾਸਤੇ ਆਏ ਹਾਂ, ਕਿਉਂਕਿ ਕੁਝ ਕਨਫਿਊਜ਼ਨ ਨੇ। ਕਿਉਂਕਿ ਉਹਨਾਂ ਦੇ ਜਨਮ ਦਿਹਾੜੇ ਬਾਰੇ ਕਈ ਲੋਕ ਕਹਿੰਦੇ ਨੇ ਕਿ ਉਹਨਾਂ ਦਾ ਜਨਮ ਜਿਹੜਾ 12 ਫਰਵਰੀ 1947 ਦਾ ਆ। ਔਰ ਆਪਾਂ ਬਾਬਾ ਜੀ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਬਾਬਾ ਜੀ ਮੌਜੂਦ ਨੇ, ਬਲਵਿੰਦਰ ਸਿੰਘ ਜੀ, ਜੋ ਕਿ ਮੁੱਖ ਸੇਵਾਦਾਰ ਨੇ ਪਿੰਡ ਰੋਡੇ ਦੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਦੇ ਗੁਰਦੁਆਰਾ ਸਾਹਿਬ ਦੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਂਦੇ ਹਾਂ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਜੀ ਬਾਬਾ ਜੀ, ਜਿਹੜੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਸਨ, ਬਹੁਤ ਵੱਡਾ ਸਿੱਖ ਕੌਮ ਵਾਸਤੇ ਉਹਨਾਂ ਨੇ ਘਾਲਣਾ ਘਾਲੀ, ਔਰ ਜਿਹੜਾ ਪ੍ਰਮੁੱਖਤਾ ਨਾਲ ਆਗੂ ਰਹੇ ਨੇ ਸਿੱਖ ਕੌਮ ਦੇ। ਚਾਹੇ ਉਹ ਸਰਕਾਰਾਂ ਸੀ, ਸੈਂਟਰ ਸਰਕਾਰ ਸੀ, ਚਾਹੇ ਉਸ ਸਮੇਂ ਦੀ ਪੰਜਾਬ ਸਰਕਾਰ ਸੀ। ਕਾਫੀ ਤਸ਼ੱਦਦ ਜਿਹੜਾ ਸਿੱਖਾਂ ਦੇ ਉੱਪਰ ਢਾਇਆ ਗਿਆ। ਅੱਜ 2 ਜੂਨ ਆ। 1 ਜੂਨ ਤੋਂ ਜਿਹੜੀਆਂ ਸਰਕਾਰਾਂ ਨੇ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ, ਤਾਂ ਅੱਜ 2 ਜੂਨ ਦੇ ਦਿਹਾੜੇ ਨੂੰ ਜਨਮ ਦਿਹਾੜੇ ਵਜੋਂ ਸੰਤਾਂ ਦੇ ਮਨਾਇਆ ਗਿਆ ਆ। ਸਾਨੂੰ ਪਹਿਲਾਂ ਇਹ ਕਲੀਅਰ ਕਰ ਦਿਓ ਕਿ ਜਿਹੜਾ 12 ਫਰਵਰੀ 1947 ਦਾ ਕਿਹਾ ਜਾਂਦਾ ਕਿ ਸੰਤਾਂ ਦਾ ਜਨਮ ਦਿਹਾੜਾ, ਤੁਸੀਂ ਅੱਜ 2 ਜੂਨ ਨੂੰ ਮਨਾ ਰਹੇ ਹੋ, ਇਹਦਾ ਕੀ ਕਾਰਨ ਹੈ? ਦੇਸ਼ ਵਿਦੇਸ਼ ਅੰਦਰ ਸਮੂਹੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਾਸ ਫਤਿਹ ਅਰਜ਼ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ 1984 ਅੰਦਰ ਘੱਲੂਘਾਰਾ ਵਾਪਰਿਆ, ਉਸ ਤੋਂ ਬਾਅਦ ਜੋ ਮਹਾਂਪੁਰਖਾਂ ਦੀ ਜਿਹੜੀ ਸ਼ਹਾਦਤ ਸੀ ਉਹ ਬਹੁਤ ਸਮੇਂ ਬਾਅਦ ਐਲਾਨੀ ਗਈ। ਭਾਈ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਵੀ ਮਹਾਂਪੁਰਖਾਂ ਨਾਲ ਪ੍ਰੇਮ ਸੀ। ਉਹਨਾਂ ਨੇ ਇੱਕ ਯਾਦ ਦੇ ਅੰਦਰ, ਕਿਉਂਕਿ ਸਮਾਂ ਇਹੋ ਜਿਹਾ ਸੀ ਕਿ ਮਹਾਂਪੁਰਖਾਂ ਦੇ ਨਾਮ ਤੇ ਜੋ ਨਾਮ ਲੈਂਦਾ ਸੀ ਜਾਂ ਫੋਟੋਆਂ ਸਨ ਉਹਨਾਂ ਤੇ ਬੈਨ ਕੀਤਾ ਗਿਆ। ਉਸ ਸਮੇਂ ਦੇ ਅੰਦਰ ਭਾਈ ਸਿਮਰਨਜੀਤ ਸਿੰਘ ਮਾਨ ਨੇ ਮਹਾਂਪੁਰਖਾਂ ਦੀ ਯਾਦ ਮਨਾਉਣਾ ਸ਼ੁਰੂ ਕੀਤੀ। ਉਹਨਾਂ ਨੇ ਸਮਾਂ ਨਿਯਤ ਕੀਤਾ 12 ਫਰਵਰੀ ਤੇ 1947। ਉਹਨਾਂ ਨੇ 12 ਫਰਵਰੀ ਨੂੰ ਸਰਹੰਦ ਦੀ ਪਾਵਨ ਧਰਤੀ 'ਤੇ ਬਹੁਤ ਵੱਡਾ ਇਕੱਠ ਰੱਖ ਕਰਕੇ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕਰ ਦਿੱਤਾ। ਸਮਾਂ ਆਪਣੀ ਚਾਲ ਚੱਲਿਆ। ਉਸ ਤੋਂ ਬਾਅਦ ਜਦੋਂ ਮਹਾਂਪੁਰਖਾਂ ਦੇ ਅਸੀਂ ਸਰਟੀਫਿਕੇਟ ਵੇਖੇ, ਉਹ ਸੀ 2 ਜੂਨ 1947 ਦੇ। ਫਿਰ ਵਿਦੇਸ਼ਾਂ ਦੀਆਂ ਸੰਗਤਾਂ ਦੇ ਫੋਨ ਆਏ ਕਿ ਤੁਸੀਂ ਮਹਾਂਪੁਰਖਾਂ ਦਾ ਸਥਾਨ ਬਣ ਗਿਆ ਹੈ, ਇਸ ਸਥਾਨ ਤੋਂ ਸਹੀ ਜੋ ਮਹਾਂਪੁਰਖਾਂ ਦਾ ਜਨਮ ਡੇਟ ਹੈ ਉਸ ਦਿਨ ਤੋਂ ਸਮਾਗਮ ਕਰਿਆ ਕਰੋ। ਫਿਰ ਅਸੀਂ ਮਹਾਂਪੁਰਖਾਂ ਨੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਹਰ ਸਾਲ 31 ਮਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਦੇ ਹਾਂ। 2 ਜੂਨ ਨੂੰ ਭੋਗ ਪਾਉਂਦੇ ਹਾਂ, ਕਥਾ ਕੀਰਤਨ ਹੁੰਦਾ ਹੈ। ਅਤੇ ਇਹ ਮਹਾਂਪੁਰਖਾਂ ਦਾ ਜੋ ਸਹੀ ਜਨਮ ਸੀ ਉਹ 2 ਜੂਨ 1947 ਦਾ ਹੈ। ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਕਰਦਾ ਹਾਂ, ਜਿੱਥੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਸਮੂਹੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹਨਾਂ ਸਤਿਪੁਰਸ਼ਾਂ ਦਾ ਜ਼ਿਕਰ ਕਰਦੇ ਨੇ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਭਾਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਦੂਸਰਾ ਕਾਰਨ ਇਹ ਵੀ ਹੈ
ਕਿ ਨਾਲ ਜੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦੀ ਘੱਲੂਘਾਰਾ ਹੈ। ਤੇ ਇਸ ਕਰਕੇ ਅਸੀਂ ਮਹਾਂਪੁਰਖਾਂ ਦੇ ਸਥਾਨ ਤੇ ਜਿਹੜਾ ਮਹਾਂਪੁਰਖਾਂ ਦਾ ਜਨਮ ਦਿਹਾੜਾ ਹੈ ਹਰ ਸਾਲ ਅਸੀਂ ਮਨਾਉਂਦੇ ਹਾਂ। ਸ਼ਹੀਦੀ ਦਿਹਾੜਾ ਜਿਹੜਾ ਹੈ ਉਹ ਦਮਦਮੀ ਟਕਸਾਲ ਦੇ ਕੇਂਦਰੀ ਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵਿਖੇ ਮਨਾਇਆ ਜਾ ਰਿਹਾ ਹੈ ਜੀ। ਇੱਕ ਸਵਾਲ ਇਹ ਵੀ ਆ, ਸੰਤ ਜੀ ਦੇ ਨਾਮ ਨਾਲ ਜਿਹੜਾ ਭਿੰਡਰਾਂ ਵਾਲਾ ਲੱਗਿਆ ਹੋਇਆ, ਕਿਉਂਕਿ ਉਹਨਾਂ ਦਾ ਜਨਮ ਸਥਾਨ ਤਾਂ ਰੋਡੇ ਪਿੰਡ ਦਾ ਆ, ਜ਼ਿਲ੍ਹਾ ਮੋਗਾ ਦਾ ਪਿੰਡ ਆ। ਜਿਹੜਾ ਭਿੰਡਰ ਪਿੰਡ ਆ ਉਹ ਵੀ ਜ਼ਿਲ੍ਹਾ ਮੋਗਾ ਦਾ ਹੀ ਪਿੰਡ ਆ, ਤੇ ਸੰਤਾਂ ਦੇ ਨਾਮ ਨਾਲ ਭਿੰਡਰਾਂ ਵਾਲੇ ਨਾਮ ਕਿੱਦਾਂ ਜੁੜਿਆ? ਜਿਸ ਵਕਤ ਦਮਦਮੀ ਟਕਸਾਲ ਦੇ 11ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਇਸ ਭਿੰਡਰ ਕਲਾਂ ਵਿਖੇ ਜੋ ਦਮਦਮੀ ਟਕਸਾਲ ਦਾ ਉਸ ਵਕਤ ਕੇਂਦਰੀ ਸਥਾਨ ਸੀ, ਉਹ ਮਹਾਂਪੁਰਖ ਇਲਾਕੇ ਅੰਦਰ ਪ੍ਰਚਾਰ ਕਰਿਆ ਕਰਦੇ ਸਨ। ਕੌਣ ਆਇਆ? ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ। ਉਸ ਸਮੇਂ ਤੋਂ ਜਿਹੜਾ ਸ਼ਬਦ ਸੀ ਨਾ ਭਿੰਡਰਾਂ ਵਾਲੇ ਪ੍ਰਚਲਿਤ ਹੋ ਗਿਆ। ਫਿਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਆਏ, ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਫਿਰ ਉਸ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ। ਇਸ ਤੋਂ ਇਲਾਵਾ ਫਿਰ ਗਾਂ ਦੀ ਗਾਂ ਉਹ ਜਿਹੜਾ ਸ਼ਬਦ ਸੀ ਪ੍ਰਚਲਿਤ ਹੋ ਗਿਆ। ਪਰ ਮਹਾਂਪੁਰਖਾਂ ਦਾ ਅਸਲ ਜਿਹੜਾ ਜਨਮ ਹੈ ਉਹ ਰੋਡੇ ਨਗਰ ਅੰਦਰ ਹੀ ਹੈ। ਇਸ ਨਗਰ ਦੇ ਅੰਦਰ ਹੈ ਜੋ ਅਸਥਾਨ ਆਪ ਵੇਖ ਰਹੇ ਹੋ। ਇਸ ਸਥਾਨ ਦੇ ਅੰਦਰ ਮਹਾਂਪੁਰਖਾਂ ਦਾ ਜਿਹੜਾ ਜਨਮ ਸੀ ਉਹ ਬੀਤਿਆ ਹੈ। ਬਾਬਾ ਜੀ, ਸੰਤ ਜਰਨੈਲ ਸਿੰਘ ਜੀ ਬਚਪਨ ਤੋਂ ਲੈ ਕੇ ਇਸੇ ਪਿੰਡ ਵਿੱਚ ਹੀ ਰਹੇ। ਜਿਹੜਾ ਇਹ ਗੁਰਦੁਆਰਾ ਸਾਹਿਬ ਆ ਇਹ ਕਦੋਂ ਤੋਂ ਸੁਸ਼ੋਭਿਤ ਕੀਤਾ ਗਿਆ ਹੈ? ਇਸ ਦਾ ਨੀਂਹ ਪੱਥਰ ਜਿਹੜਾ ਸੀ ਉਹ ਤਕਰੀਬਨ 2006 ਜਾਂ 7 ਅੰਦਰ ਰੱਖਿਆ ਗਿਆ, ਤੇ ਇਸ ਸਥਾਨ ਦਾ ਉਦਘਾਟਨ 2018 ਦੇ ਅੰਦਰ ਦਮਦਮੀ ਟਕਸਾਲ ਦੇ ਵੱਲੋਂ ਕੀਤਾ ਗਿਆ ਵੱਡੇ ਪੱਧਰ ਤੇ ਉਸ ਤੋਂ ਬਾਅਦ ਇਹ ਸਥਾਨ ਜਿਹੜਾ ਹੈ ਬੇਅੰਤ ਗੁਰੂ ਕੀ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਨੇ। ਇਸ ਸਥਾਨ ਦਾ ਜੋ ਸਾਰਾ ਹੀ ਪ੍ਰਬੰਧ ਦਮਦਮੀ ਟਕਸਾਲ ਦਾ ਹੈ ਜੀ। ਜਿਵੇਂ ਸੰਤ ਭਿੰਡਰਾਂ ਵਾਲੇ ਜਿਹੜੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਨ ਔਰ ਪਹਿਲੇ ਮੁਖੀ ਜਿਹੜੇ ਬਾਬਾ ਦੀਪ ਸਿੰਘ ਜੀ ਸਨ, ਇਹ ਜਿਹੜੀ ਪਰੰਪਰਾ ਚੱਲਦੀ ਆ ਰਹੀ ਆ, ਹੁਣ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਦੇਖਭਾਲ ਆ ਸਾਰੀ ਦਮਦਮੀ ਟਕਸਾਲ ਦੇ ਅੰਦਰ ਆ? ਹਾਂ, ਸਮੁੱਚੀ ਜੋ ਇਸ ਸਥਾਨ ਤੇ ਪ੍ਰਬੰਧ ਹੈ ਉਹ ਦਮਦਮੀ ਟਕਸਾਲ ਦੇ ਅੰਦਰ ਹੈ। ਠੀਕ ਹੈ ਜੀ। ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੇ ਸਥਾਨ ਬਣਾਇਆ। ਇਸ ਤੋਂ ਇਲਾਵਾ ਜੋ ਸੰਤ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ ਜੋ ਦਾਸ ਦੇ ਵਿੱਦਿਆ ਦਾਤੇ ਵੀ ਨੇ, ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ। ਉਹਨਾਂ ਦਾ ਵੀ ਪੂਰਾ ਸਹਿਯੋਗ ਹੈ। ਸਿੰਘ ਸਾਹਿਬ ਜਸਵੀਰ ਸਿੰਘ ਉਹਨਾਂ ਦਾ ਵੀ ਸਹਿਯੋਗ ਹੈ। ਇਸ ਤੋਂ ਇਲਾਵਾ ਸਮੁੱਚੇ ਰੋਡੇ ਨਗਰ ਦਾ, ਸਮੁੱਚੀਆਂ ਸੰਗਤਾਂ ਦਾ, ਰੋਡੇ ਨਗਰ ਦੀਆਂ ਸੰਗਤਾਂ ਦਾ, ਸਾਰੇ ਪਿੰਡ ਦਾ ਹੀ ਸਹਿਯੋਗ ਹੈ। ਜੀ। ਪਰ ਸਥਾਨ ਜੋ ਦਮਦਮੀ ਟਕਸਾਲ ਦਾ ਹੈ। ਜੀ। ਬਾਬਾ ਜੀ, ਸਾਨੂੰ ਪਤਾ ਲੱਗਿਆ ਕਿ ਇੱਥੇ ਜਿਹੜੇ ਛੋਟੇ ਬੱਚੇ ਆ ਉਹ ਸੰਥਿਆ ਲੈਣ ਵਾਸਤੇ ਵੱਡੀ ਗਿਣਤੀ ਵਿੱਚ ਆਉਂਦੇ ਆ। ਸੰਥਿਆ ਕੌਣ ਦੇ ਰਿਹਾ ਇਸ ਟਾਈਮ ਉਹਨਾਂ ਨੂੰ, ਬੱਚਿਆਂ ਨੂੰ? ਦੇਖੋ ਜੀ, ਸਾਡੇ ਕੋਲ ਤਕਰੀਬਨ ਮਹਾਰਾਜ ਦੀ ਕਿਰਪਾ ਦੇ ਸਦਕਾ 30 ਤੋਂ 35 ਪਾਠੀ ਬਣ ਚੁੱਕੇ ਹਨ। ਜੀ। ਤੇ ਇਸ ਵਕਤ ਸਾਡੀ ਜੋ ਕਲਾਸ ਹੈ ਸਵੇਰ ਲੱਗਦੀ 8 ਤੋਂ 10, ਦੁਪਹਿਰੇ 2 ਤੋਂ 4। ਇਸ ਵਿਦਿਆਲਿਆ ਦੇ ਅੰਦਰ ਤਕਰੀਬਨ 15 ਸਿੰਘ ਜਿਹੜੇ ਨੇ, ਕੋਈ ਯੂਪੀ ਤੋਂ, ਕੋਈ ਰਾਜਸਥਾਨ ਤੋਂ, ਪੰਜਾਬ ਦੇ ਵੱਖ-ਵੱਖ ਨਗਰਾਂ ਤੋਂ ਰਹਿ ਰਹੇ ਨੇ। ਇਸ ਤੋਂ ਇਲਾਵਾ ਨਗਰ ਦੇ ਤਕਰੀਬਨ 60 ਤੋਂ 65 ਬੱਚੇ ਸੰਥਿਆ ਕਰਨ ਆਉਂਦੇ ਨੇ। ਸ਼ਾਮ ਨੂੰ ਕਲਾਸ ਲੱਗਦੀ 5 ਤੋਂ 6। ਜੀ। ਸਾਡੇ ਕੋਲੇ ਉਸਤਾਦ ਵੀ ਨੇ, ਉਹ ਸੰਥਿਆ ਕਰਾਉਂਦੇ ਨੇ, ਦਾਸ ਵੀ ਨਾਲ ਕਰਾਉਂਦਾ ਹੈ। ਇਸ ਤੋਂ ਇਲਾਵਾ ਅਸੀਂ ਜੋ ਕੀਰਤਨ ਦਾ ਪ੍ਰਬੰਧ ਹੈ, ਰਾਗ ਵਿਦਿਆ, ਉਹ ਵੀ ਅਸੀਂ ਆਰੰਭ ਕਰ ਰਹੇ ਹਾਂ। ਜੋ ਦਮਦਮੀ ਟਕਸਾਲ ਦਾ ਕੰਮ ਹੈ ਗੁਰਮਤਿ ਵਿਦਿਆ ਪੜ੍ਹਾਉਣੀ, ਸੰਗੀਤ ਵਿਦਿਆ, ਉਹ ਅਸੀਂ ਇੱਥੇ ਮਹਾਰਾਜ ਦੀ ਕਿਰਪਾ ਸਦਕਾ ਪੜ੍ਹਾ ਰਹੇ ਹਾਂ। ਜੀ। ਬਾਬਾ ਜੀ, ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਹੁੰਦੇ ਸਨ ਤਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆ ਜਿਹੜੇ ਉਹਨਾਂ ਦਾ ਪ੍ਰਚਾਰ ਸੁਣ ਕੇ ਉਹਨਾਂ ਦੇ ਨਾਲ ਜੁੜਦੇ ਸਨ। ਕੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਸਿੱਖੀ ਵਾਲੇ ਪਾਸੇ ਆ ਰਹੀ ਹੈ? ਦੇਖੋ ਜੀ, ਉਹਨਾਂ ਮਹਾਂਪੁਰਖਾਂ ਦੀ ਕਮਾਈ ਸੀ। ਮੈਂ ਕਈ ਵਾਰ ਚੀਜ਼ਾਂ 'ਤੇ ਬੇਨਤੀ ਕੀਤੀ ਹੈ ਕਿ ਜਿਹੜਾ ਕਮਾਈ ਵਾਲਾ ਸਤਿਪੁਰਸ਼ ਹੈ ਨਾ, ਚਾਹੇ ਉਹ ਸਮਾਂ ਆਇਆ ਸੰਤ ਬਾਬਾ ਅਤਰ ਸਿੰਘ ਜੀ, ਬੇਅੰਤ ਮਹਾਂਪੁਰਖ ਹੋਏ ਨੇ। ਜਦੋਂ ਉਹਨਾਂ ਮਹਾਂਪੁਰਖਾਂ ਨੇ ਕੀਰਤਨ ਕਰਨਾ, ਬੇਅੰਤ ਗੁਰੂ ਕੀ ਸੰਗਤਾਂ ਨੇ ਅੰਮ੍ਰਿਤ ਛਕਿਆ। ਇਸੇ ਤਰ੍ਹਾਂ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖਾਂ ਅੰਦਰ ਨਾਮ ਬੋਲਦਾ ਸੀ। ਉਹਨਾਂ ਦਾ ਜੀਵਨ ਨੂੰ ਪੜ੍ਹਿਓ, 101 ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ, ਆਸਾ ਜੀ ਦੀ ਵਾਰ ਦਾ ਪਾਠ, 5 ਗ੍ਰੰਥੀ ਦਾ ਨਿਤਨੇਮ, ਤੇ ਇਸ ਤੋਂ ਇਲਾਵਾ ਮਹੀਨੇ ਅੰਦਰ ਸਹਿਜ ਪਾਠ ਦਾ ਭੋਗ ਪਾਉਂਦੇ ਸਨ। ਉਹਨਾਂ ਦਾ ਨਾਮ ਅਭਿਆਸ ਸਿਮਰਨ ਸੀ, ਕਿਉਂਕਿ ਜਿੰਨਾ ਚਿਰ ਬੰਦਾ ਆਪਣੇ ਆਪ ਨੂੰ, ਕੋਈ ਵੀ ਪ੍ਰਚਾਰਕ, ਕੋਈ ਵੀ ਕੀਰਤਨੀਆ ਆਪਣੇ ਆਪ ਨੂੰ ਗੁਰਬਾਣੀ ਨਾਲ ਸਮਰਪਿਤ ਨਹੀਂ ਕਰਦਾ, ਗੁਰੂ ਦਾ ਅਦਬ ਨਹੀਂ ਧਾਰਦਾ, ਉਹਨਾਂ ਚਿਰ ਕੁਝ ਪ੍ਰਾਪਤੀ ਨਹੀਂ। ਜਿਹੜਾ ਵੀ ਗੁਰਸਿੱਖ ਸਤਿਪੁਰਸ਼ ਮਹਾਂਪੁਰਖ ਆਪਣੇ ਆਪ ਨੂੰ ਗੁਰੂ ਦੇ ਬਚਨਾਂ 'ਤੇ ਢਾਲ ਲੈਂਦਾ ਹੈ, ਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰਕੇ ਅੱਗੇ ਸਿੱਖਿਆ ਦਿੰਦਾ ਹੈ, ਫਿਰ ਉਸ ਮਰਦ ਦੇ, ਉਸ ਮਹਾਂਪੁਰਖ ਦੇ ਬੋਲਾਂ ਨੂੰ ਸੁਣ ਕੇ ਇੱਕ ਨਹੀਂ ਲੱਖਾਂ ਮਰਜੀਵੜੇ ਉੱਠ ਕੇ ਤਿਆਰ ਹੋ ਜਾਂਦੇ ਨੇ। ਬਾਬਾ ਜੀ, ਇੱਕ ਹੋਰ ਗੱਲ ਆ, ਸਾਡੀ ਉਮਰ ਤਾਂ ਚਲੋ ਉਸ ਸਮੇਂ ਬਹੁਤ ਛੋਟੀ ਸੀ, ਬਜ਼ੁਰਗਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ, ਕਿਉਂਕਿ ਜਦ ਭਿੰਡਰਾਂ ਵਿਖੇ ਬਾਬਾ ਜੀ ਰਹਿੰਦੇ ਸਨ,
ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ, ਤਾਂ ਜਿੰਨਾ ਵੀ ਏਰੀਏ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਜਦੋਂ ਵੀ ਕਿਤੇ ਅਖੰਡ ਪਾਠ ਸਾਹਿਬ ਸ਼ੁਰੂ ਹੋਣੇ ਜਾਂ ਸਹਿਜ ਪਾਠ ਸ਼ੁਰੂ ਹੋਣੇ ਤਾਂ ਬਾਬਾ ਜੀ ਨਿਰਸਵਾਰਥ ਸੇਵਾ ਕਰਦੇ ਸਨ, ਪਾਠ ਕਰਦੇ ਸਨ। ਕਦੇ ਵੀ ਉਹਨਾਂ ਨੇ ਜਿਹੜੀ ਆਪਾਂ ਗ੍ਰੰਥੀ ਸਿੰਘ ਮੋਕ ਲੈਂਦੇ ਨੇ, ਕਦੇ ਵੀ ਉਹਨਾਂ ਨੇ ਪੈਸੇ ਨੂੰ ਹੱਥ ਨਹੀਂ ਸੀ ਲਾਇਆ। ਕੀ ਇਹ ਸੱਚ ਹੈ? ਬਿਲਕੁਲ। ਦੇਖੋ ਜੀ, ਦਮਦਮੀ ਟਕਸਾਲ ਦੇ ਅੰਦਰ ਦੇਖੋ ਮਹਾਂਪੁਰਖਾਂ ਨੇ ਪ੍ਰਚਾਰ ਕੀਤਾ। ਉਸ ਵਕਤ ਮਹਾਂਪੁਰਖਾਂ ਕੋਲ ਸਮਾਂ ਹੀ ਨਹੀਂ ਸੀ ਨਾ ਵੀ ਘਰਾਂ ਅੰਦਰ ਉਹ ਸਹਿਜ ਪਾਠ ਕਰਨ, ਅਖੰਡ ਪਾਠ ਸਾਹਿਬ ਕਰਨ। ਮਹਾਂਪੁਰਖਾਂ ਦਾ ਮਿਸ਼ਨ ਸੀ, ਕਿਉਂਕਿ ਕੋਈ ਵੀ ਜਥੇਬੰਦੀ ਹੁੰਦੀ ਨਾ, ਜਥੇਬੰਦੀ ਅੰਦਰ ਆਪਣੇ ਜਥੇ ਹੁੰਦੇ ਆ। ਜੇ ਕੋਈ ਪ੍ਰੇਮੀ ਗੁਰਸਿੱਖ ਕਵੇ ਨਾ ਭਾਈ ਸਾਡੇ ਘਰੇ ਅਖੰਡ ਪਾਠ ਸਾਹਿਬ ਕਰੋ, ਪਹਿਲੀ ਗੱਲ ਦਮਦਮੀ ਟਕਸਾਲ ਕਿਸੇ ਕੋਲ ਮਾਇਆ ਨਹੀਂ ਲਵੇਗੀ। ਨਹੀਂ, ਉਸ ਤੋਂ ਪਹਿਲਾਂ ਜੀ, ਉਸ ਤੋਂ ਪਹਿਲਾਂ ਜਦ ਦਮਦਮੀ ਟਕਸਾਲ ਦੇ ਵਿੱਚ ਸੰਤ ਜੀ ਨਹੀਂ ਸੀ ਗਏ, ਜਦ ਭਿੰਡਰਾਂ ਵਿਖੇ ਰਹਿੰਦੇ ਸਨ, ਉਦੋਂ ਦੀ ਗੱਲ ਕਰ। ਦੇਖੋ ਜੀ, ਮਹਾਂਪੁਰਖਾਂ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਲੈ ਗਏ ਨੇ ਜੀ। ਅਤੇ ਮਹਾਂਪੁਰਖ ਇੱਥੇ ਛੋਟੇ ਹੋਏ ਰਹਿੰਦੇ ਕਰਦੇ ਸਨ। ਸਾਡੇ ਨਗਰ ਦੇ ਸੰਤ ਕਿਰਪਾਲ ਸਿੰਘ ਜੀ ਸਨ। ਉਹਨਾਂ ਮਹਾਂਪੁਰਖਾਂ ਦੀ ਸੰਗਤ ਮਾਣੀ ਬਾਬਾ ਜਰਨੈਲ ਸਿੰਘ ਉਹਨਾਂ ਨੇ। ਜੀ। ਅਤੇ ਮਹਾਂਪੁਰਖ ਜਿਹੜਾ ਪਾਠ ਕਰਿਆ ਕਰਦੇ ਸਨ, ਉਹ ਆਪਣਾ ਅਭਿਆਸ ਵੱਧ ਕਰਦੇ ਸਨ। ਜੀ। ਆਮ ਘਰਾਂ 'ਚ ਉਹਨਾਂ ਨੇ ਕੋਈ ਪਾਠ ਨਹੀਂ ਕੀਤਾ। ਜੀ। ਕੇਵਲ ਅਤੇ ਕੇਵਲ ਆਪ ਉਹਨਾਂ ਨੇ ਅਭਿਆਸ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ। ਜੀ। 2 ਜੂਨ 1984 ਨੂੰ ਜਦ ਫੌਜਾਂ ਚੜ੍ਹ ਕੇ ਦਰਬਾਰ ਸਾਹਿਬ ਦੇ ਉੱਪਰ ਆ ਗਈਆਂ ਤਾਂ ਕੁਝ ਜਿਹੜੇ ਵਾਕਿਆ ਨੇ ਤੁਹਾਨੂੰ ਯਾਦ ਹੋਣਗੇ, ਜਿਹੜੇ ਸੰਤਾਂ ਨੇ ਉਦੋਂ ਸੰਗਤ ਜਿਹੜੇ ਸਿੰਘ ਸੀਗੇ ਨਾਲ ਉਹਨਾਂ ਨੂੰ ਕਿਹਾ ਜਾਂ ਬਿਆਨ ਕੀਤੇ, ਕੁਝ ਉਹ ਸਾਨੂੰ ਦੱਸ ਸਕਦੇ ਹੋ ਤੁਸੀਂ? ਦੇਖੋ ਜੀ, ਮਹਾਂਪੁਰਖਾਂ ਨੇ ਗੱਲ ਕਹੀ ਸੀ ਕਿ ਭਾਈ ਸਮਾਂ ਆਵੇਗਾ, ਮਹਾਂਪੁਰਖਾਂ ਨੂੰ ਕਿਹਾ ਗਿਆ ਕਿ ਅਸੀਂ ਸੰਤਾਂ ਨੂੰ ਸ਼ਹੀਦ ਕਰ ਦੇਵਾਂਗੇ, ਸੰਤਾਂ ਨੂੰ ਫੜ ਕੇ ਲਿਆਵਾਂਗੇ। ਹਾਂਜੀ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਉਹਨਾਂ ਨੇ ਇੱਕ ਸਪੀਚ ਦਿੱਤੀ ਕਿ ਜਿੰਨਾ ਚਿਰ ਮੈਂ ਜਿਉਂਦਾ ਹਾਂ, ਮੈਨੂੰ ਇੱਕ ਨਹੀਂ ਭਾਵੇਂ ਲੱਖਾਂ ਫੌਜਾਂ ਆ ਜਾਣ, ਜਿੰਦੇ ਨੂੰ ਫੜ ਕੇ ਨਹੀਂ ਲੈ ਜਾ ਸਕਦੇ। ਮਰਨ ਤੋਂ ਬਾਅਦ ਇਹ ਸਰੀਰ ਮਿੱਟੀ ਹੈ। ਪਰ ਇੰਨਾ ਮੈਨੂੰ ਗੁਰੂ ਸਾਹਿਬ 'ਤੇ ਵਿਸ਼ਵਾਸ ਆ ਕਿ ਮੈਂ ਟਰੱਕਾਂ ਦੇ ਟਰੱਕ ਭਰ ਕੇ ਤੋਰਾਂਗਾ। ਫਿਰ ਜੋ ਬਚਨ ਨਾ ਮਹਾਂਪੁਰਖਾਂ ਨੇ ਕਮਾਏ, ਅਤੇ ਕਬੀਰ ਸਾਹਿਬ ਕਹਿੰਦੇ ਨੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਇੱਕ ਮਰਦ ਸੀ, ਬਹੁਤ ਵੱਡੇ ਸੂਰਮੇ ਸਨ, ਜੁਝਾਰੂ ਸਨ, ਜਿਹੜੇ ਬਚਨ ਕਹੇ ਉਹਨਾਂ ਨੇ ਟਰੱਕਾਂ ਦੇ ਟਰੱਕ ਫੌਜਾਂ ਦੇ ਤੋਰੇ। ਬਿਲਕੁਲ। ਬਾਬਾ ਜੀ, ਉਸ ਸਮੇਂ ਜਿਹੜੇ ਰਾਸ਼ਟਰਪਤੀ ਸਨ ਗਿਆਨੀ ਜਰਨੈਲ ਸਿੰਘ, ਉਸ ਸਮੇਂ ਦੇ ਰਾਸ਼ਟਰਪਤੀ ਸਨ ਜਰਨੈਲ ਸਿੰਘ, ਗਿਆਨੀ ਜੈਲ ਸਿੰਘ, ਸੌਰੀ। ਉਹ ਪਤਾ ਲੱਗਿਆ ਕਿ ਜਦੋਂ 6 ਜੂਨ ਨੂੰ ਸਾਰਾ ਇਹ ਦੁਖਾਂਤ ਵਾਪਰ ਜਾਂਦਾ ਤਾਂ ਰੂਟੀਨ ਦੇ ਵਿੱਚ ਜਿਹੜਾ ਉਹ ਗੁਲਾਬ ਦਾ ਫੁੱਲ ਜੇਬ ਦੇ ਉੱਪਰ ਲਾਉਂਦੇ ਸਨ, ਫੁੱਲ ਲਾ ਕੇ ਉਹ ਪ੍ਰਕਰਮਾਂ ਦੇ ਵਿੱਚ ਜੁੱਤੀਆਂ ਸਣੇ ਆਏ ਸਨ। ਹੈ ਤਾਂ ਉਹ ਵੀ ਇੱਕ ਸਿੱਖ ਹੀ ਸਨ। ਕਿੰਨਾ ਮਾੜਾ ਜਿਹੜਾ ਦੁਰਵਿਹਾਰ ਇਹ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਜੇ ਸਿੱਖ ਹੁੰਦਾ ਨਾ ਉਹਨੇ ਕਦੇ ਵੀ ਸੈਨ ਨਹੀਂ ਸੀ ਕਰਨੇ। ਰਾਸ਼ਟਰਪਤੀ ਕੋਲ ਪਾਵਰ ਹੁੰਦੀ ਹੈ, ਫੌਜ ਉਹਦੇ ਅੰਡਰ 'ਚ ਹੁੰਦੀ ਹੈ। ਜਿਹੜਾ ਬੰਦਾ ਇਹ ਸਹਿਣ ਕਰ ਸਕਦਾ ਵੀ ਤੁਸੀਂ ਜਾ ਕਰਕੇ ਅਕਾਲ ਤਖਤ 'ਤੇ ਹਮਲਾ ਕਰੋ, ਕਿ ਹਮਲੇ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ ਸੀ। ਵੱਡੇ ਵੱਡੇ ਮਸਲੇ ਦੇਸ਼ਾਂ ਦੇ ਅੰਦਰ ਉਲਝ ਜਾਂਦੇ ਨੇ, ਉਹ ਮਸਲੇ ਹੱਲ ਕਿਵੇਂ ਹੁੰਦੇ ਨੇ? ਬੈਠ ਕਰਕੇ। ਗੁਰਬਾਣੀ ਪੜ੍ਹੀਏ, ਗੁਰਬਾਣੀ ਕਹਿੰਦੀ ਭਾਈ ਜੇ ਤੁਹਾਡੇ ਅੰਦਰ ਕੋਈ ਦੁਬਿਧਾ ਪੈ ਗਈ ਨਾ, ਤੁਸੀਂ ਸਾਰੇ ਗੁਰਸਿੱਖ ਬੈਠੋ, ਦੁਬਿਧਾ ਦੂਰ ਕਰੋ ਲਿਵਲਾਈ, ਅਤੇ ਜਿਹੜੀ ਦੁਬਿਧਾ ਆ ਉਹਨੂੰ ਦੂਰ ਕਰੋ। ਜਿਹੜਾ ਸਹਿਣ ਕਰ ਸਕਦਾ ਵੀ ਜਾ ਕੇ ਤੁਸੀਂ ਅਕਾਲ ਤਖਤ 'ਤੇ ਹਮਲਾ ਕਰੋ, ਉਹਨਾਂ ਸਿੰਘਾਂ 'ਤੇ ਗੋਲੀਆਂ ਚਲਾਓ, ਅਤੇ ਉਹ ਜੋ ਮਰਜ਼ੀ ਕਰੇ। 1984 ਦਾ ਜਿਹੜਾ ਦੁਖਾਂਤ ਬੀਤਿਆ, ਅੱਜ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ। ਤੁਹਾਨੂੰ ਕੀ ਲੱਗਦਾ ਇਹ ਸਰਕਾਰਾਂ ਇਨਸਾਫ ਦੇਣਗੀਆਂ ਜਾਂ ਇੱਦਾਂ ਹੀ ਲੰਮਾ ਸਮਾਂ ਬੀਤਦਾ ਜਾਊ, ਕਿਸੇ ਟਾਈਮ ਕੋਈ ਸੰਤ ਭਿੰਡਰਾਂ ਵਾਲੇ ਵਰਗਾ ਕੋਈ ਯੋਧਾ ਪੈਦਾ ਹੋਵੇਗਾ ਜਿਹੜਾ ਇਨਸਾਫ ਲਵੇਗਾ? ਦੇਖੋ ਜੀ, ਅਸੀਂ ਗੱਲਾਂ ਕਰਦੇ ਹਾਂ ਕਿ ਜਿਹੜੇ ਵੀ ਸੰਤ ਜਰਨੈਲ ਸਿੰਘ ਨੇ ਬਹੁਤ ਵੱਡੀ ਸ਼ਹਾਦਤ ਪਾਈ, ਕੋਈ ਉੱਠੂਗਾ ਮਰਦ ਸੂਰਮਾ, ਇਹ ਅਸੀਂ ਕਹਿ ਕੇ ਚੁੱਪ ਕਰ ਜਾਂਦੇ ਹਾਂ। ਅੱਜ ਕਿਸਾਨੀ ਸੰਘਰਸ਼ ਸਿਖਰਾਂ 'ਤੇ ਆ, ਉੱਥੇ ਨੌਜਵਾਨ ਨੇ, ਚਾਹੇ ਉਹ ਮੋਨੇ ਨੇ, ਮੈਂ ਵੀ ਕਾਫੀ ਸਮਾਂ ਜਾ ਕੇ ਆਇਆ ਉੱਥੇ, ਪਰ ਉੱਥੇ ਇੱਕ ਹੀ ਸ਼ਬਦ ਬੋਲਦਾ ਸੰਤ ਭਿੰਡਰਾਂ ਵਾਲਾ। ਉਹਦੇ ਪਿੱਛੇ ਕਾਰਨ ਕੀ? ਕਿਉਂਕਿ ਉਹ ਮਹਾਂਪੁਰਖ ਸੱਚੇ ਸਨ। ਮੈਂ ਬੇਨਤੀ ਕਰਨਾ ਚਾਹੁੰਦਾ ਹਾਂ, ਤੁਸੀਂ ਇਹ ਜ਼ਿਕਰ ਕੀਤਾ ਹੈ ਕਿ ਮਹਾਂਪੁਰਖਾਂ ਦੀ ਜਿਹੜੀ ਸ਼ਹਾਦਤ ਹੋਈ, ਇਸ ਤੋਂ ਇਲਾਵਾ ਤੁਸੀਂ ਜਿਹੜੇ ਬਚਨ ਕਹੇ ਸਨ, ਕੀ ਪੁੱਛਿਆ ਸੀ? ਕਿ ਇਨਸਾਫ ਜਿਹੜਾ ਆਪਾਂ ਨੂੰ ਮਿਲੇਗਾ ਕਿ ਨਹੀਂ, ਕਿ ਕੋਈ ਯੋਧਾ ਪੈਦਾ ਹੋਵੇਗਾ ਸੰਤਾਂ ਵਰਗਾ? ਦੇਖੋ, ਇਨਸਾਫ ਦਾ ਜ਼ਿਕਰ ਕੀਤਾ। ਸਿੱਖ ਧਰਮ ਦਾ ਇਨਸਾਫ ਉਨਾ ਚਿਰ ਨਹੀਂ ਹੋਣਾ ਜਿੰਨਾ ਚਿਰ ਸਾਡਾ ਘਰ ਨਹੀਂ ਬਣਦਾ। ਕਿਉਂਕਿ ਜਿੰਨਾ ਚਿਰ ਅਸੀਂ ਆਪਦੇ ਘਰ ਵਿੱਚ ਬੈਠਾਂਗੇ, ਸਾਡਾ ਸਭ ਕੁਝ ਆਪਣਾ ਆਪ ਦਾ ਹੋਊਗਾ, ਉਨਾ ਚਿਰ ਨਹੀਂ ਬਣਨਾ। 1947 ਅੰਦਰ ਦੇਸ਼ ਦੀ ਵੰਡ ਹੋਈ, 93%
93% ਜਿਹੜੀਆਂ ਸ਼ਹਾਦਤਾਂ ਸਨ ਸਿੱਖਾਂ ਦੀਆਂ ਸਨ। ਉਦੋਂ ਵੀ ਸਾਡੇ ਜੋ ਹਿੰਦੁਸਤਾਨ ਦੀ ਸਰਕਾਰ ਸੀ, ਮਾਸਟਰ ਬਲਦੇਵ ਸਿੰਘ ਉਹਨਾਂ ਦੀਆਂ ਫੈਕਟਰੀਆਂ ਸਨ, ਉਹਨਾਂ ਨੂੰ ਅੰਗਰੇਜ਼ਾਂ ਨੇ ਕਿਹਾ ਵੀ ਸੀ ਵੀ ਪਾਕਿਸਤਾਨ ਨੇ ਵੱਖਰਾ ਦੇਸ਼ ਬਣਾ ਲਿਆ, ਜਨਾਹ ਨੇ ਤੁਸੀਂ ਵੱਖਰਾ ਬਣਾਓ ਤੇ ਇਹਨਾਂ ਨੂੰ ਵੱਖਰਾ ਰਹਿਣ ਦਿਓ। ਪਰ ਜਿਹੜੀਆਂ ਸਰਕਾਰਾਂ ਨੇ ਉਹਨੂੰ ਲਾਲਚ ਦੇ ਕੇ ਫੈਕਟਰੀਆਂ ਦੇ ਲਾਲਚ ਅੰਦਰ ਉਹਨਾਂ ਨੇ ਜਿਹੜੇ ਕੰਡੇ ਬੀਜੇ ਸਨ ਉਹ ਅਸੀਂ ਅੱਜ ਚੁਭਦੇ ਪਏ ਨੇ, ਸੰਤਾਪ ਅਸੀਂ ਭੋਗਦੇ ਪਏ ਨੇ। 84 ਦਾ ਘੱਲੂਘਾਰਾ ਵਾਪਰ ਗਿਆ। ਉਸ ਤੋਂ ਇਲਾਵਾ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਅੱਜ ਤੱਕ ਬੇਅਦਬੀ ਹੋ ਰਹੀ ਹੈ। ਜੇ ਸਾਡੇ ਸਿੱਖ ਧਰਮ ਦੇ ਬਾਨੀ ਕੌਣ ਨੇ? ਗੁਰੂ ਗ੍ਰੰਥ ਸਾਹਿਬ। ਸਿੱਖਾਂ ਤੋਂ ਸਭ ਤੋਂ ਵੱਡੀ ਸੁਪਰੀਮ ਪਾਵਰ ਕੀ ਹੈ? ਗੁਰੂ ਦੀ ਬਾਣੀ। ਤੇ ਗੁਰੂ ਦੀ ਬਾਣੀ ਜਿਹੜੀ ਹੈ ਉਹਦੀ ਬੇਅਦਬੀ ਕੀਤੀ ਗਈ, ਗਲੀਆਂ ਦੇ ਅੰਦਰ ਸੁੱਟਿਆ ਗਿਆ। ਤੇ ਅੱਜ ਕੀ ਹੋ ਰਿਹਾ? ਜਿੰਨਾ ਚਿਰ ਸਾਡੇ ਗੁਰੂ ਦਾ ਸਤਿਕਾਰ ਨਹੀਂ, ਗੁਰੂ ਦਾ ਭੈ ਨਹੀਂ, ਇਹਦਾ ਹੱਲ ਇਹੀ ਹੋਊਗਾ। ਤੁਸੀਂ ਕਿਹਾ ਨਾ ਵੀ ਇਹਦਾ ਹੱਲ ਕੀ ਹੋਊਗਾ, ਇਨਸਾਫ ਮਿਲੂ ਕਿ ਨਹੀਂ ਮਿਲੂ? ਉਨਾ ਚਿਰ ਇਨਸਾਫ ਮੇਰੇ ਵੀਰ ਨਹੀਂ ਮਿਲਣਾ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ। ਸਾਰੀਆਂ ਜਥੇਬੰਦੀਆਂ, ਸਾਰੇ ਜਿਹੜੇ ਧਾਰਮਿਕ ਆਗੂ ਨੇ, ਸਿਆਸੀ ਆਗੂ ਨੇ, ਉਹ ਸਾਰੇ ਧੜਿਆਂ ਨੂੰ ਛੱਡ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਕਿ ਸਾਡੀਆਂ ਪਾਰਟੀਆਂ ਮਗਰੋਂ ਨੇ, ਸਾਡਾ ਗੁਰੂ ਗ੍ਰੰਥ ਸਾਹਿਬ ਪਹਿਲਾਂ ਆ। ਜਦੋਂ ਸਾਰੇ ਹੀ ਰਾਜਨੀਤਿਕ ਦੇ ਅੰਦਰ, ਧਾਰਮਿਕ ਆਗੂਆਂ ਦੇ ਅੰਦਰ, ਸਾਰੀ ਪਬਲਿਕ ਸਿਟੀ ਦੇ ਅੰਦਰ, ਲੋਕਾਂ ਦੇ ਅੰਦਰ ਇਹੀ ਆਵਾਜ਼ ਹੋਵੇਗੀ ਸਾਡੀ ਕੋਈ ਪਾਰਟੀ ਨਹੀਂ, ਸਾਡਾ ਜਿਹੜਾ ਸੁਪਰੀਮ ਹੈ ਉਹ ਗੁਰੂ ਗ੍ਰੰਥ ਸਾਹਿਬ ਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਗਏ ਉਦੋਂ ਸਿੱਖਾਂ ਕੋਲ ਤਾਕਤ ਮਿਲ ਜਾਊ। ਜਦੋਂ ਸਾਡੇ ਕੋਲ ਤਾਕਤ ਹੋਵੇਗੀ ਸਾਨੂੰ ਕੋਈ ਮੁਕਾਉਣ ਵਾਲਾ ਜੰਮਿਆ ਹੀ ਨਹੀਂ। ਸਮਾਂ ਆਇਆ ਸੀ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਸਰੋਵਰ ਸੀ ਪੂਰ ਦਿੱਤਾ ਗਿਆ। ਜ਼ਕਰੀਆ ਖਾਨ ਕਹਿੰਦਾ ਮੈਂ ਹੈਰਾਨ ਹਾਂ ਵੀ ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਨੇ। ਸਿੱਖਾਂ ਦੇ ਘਰ ਢਹਿ ਢੇਰੀ ਕਰ ਦਿੱਤੇ, ਜੰਗਲਾਂ ਅੰਦਰ ਰਹਿੰਦੇ ਨੇ, ਪਰ ਇੱਕ ਓਟ ਆ ਸਿੱਖਾਂ ਨੂੰ ਗੁਰਬਾਣੀ ਦੀ। ਸਿੱਖ ਇਤਿਹਾਸ ਨੂੰ ਪੜ੍ਹੀਏ, ਗੁਰੂ ਕੇ ਸਿੱਖ ਬਹੁਤ ਲੰਮਾ ਸਮਾਂ ਬਿਨਾਂ ਭੋਜਨ ਤੋਂ ਰਹੇ। ਅਨੰਦਪੁਰ ਸਾਹਿਬ ਦੀ ਧਰਤੀ ਹੈ। ਉਸ ਤੋਂ ਬਾਅਦ ਇਹ ਜ਼ਕਰੀਆ ਖਾਨ ਦਾ ਸਮਾਂ ਆਇਆ। ਸਿੱਖ ਜਿਹੜੇ ਰਾਮ ਸੀ ਘੋੜਿਆਂ ਦੀਆਂ ਕਾਠੀਆਂ 'ਤੇ ਕਰਦੇ ਸਨ, ਪਰ ਉਹਨਾਂ ਸਿੱਖਾਂ ਦਾ ਇੱਕ ਹੀ ਮਿਸ਼ਨ ਸੀ, ਸਾਡਾ ਲੀਡਰ ਨਹੀਂ, ਸਾਡਾ ਲੀਡਰ ਗੁਰੂ ਗ੍ਰੰਥ ਸਾਹਿਬ ਹੈ। ਤੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਬਲ ਬਖਸ਼ਿਆ, ਸ਼ਕਤੀ ਬਖਸ਼ੀ। ਇਸ ਕਰਕੇ ਮੈਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ, ਇੱਕ ਪਲੇਟਫਾਰਮ 'ਤੇ ਇਕੱਠੇ ਨਹੀਂ ਹੁੰਦੇ, ਉਹਨਾਂ ਚਿਰ ਸਾਨੂੰ ਇਨਸਾਫ ਨਹੀਂ ਮਿਲਣਾ। ਬਾਬਾ ਜੀ 6 ਸਾਲ ਹੋ ਗਏ ਨੇ ਬੇਅਦਬੀ ਨੂੰ ਹੋਏ, ਜਦੋਂ ਬਰਗਾੜੀ ਵਿਖੇ ਹੋਈ, ਤਾਂ 6 ਸਾਲਾਂ ਬਾਅਦ ਪਰਸੋਂ ਦੀ ਅਜੇ ਗੱਲ ਆ ਕਿ ਸਿੱਖ ਜਥੇਬੰਦੀਆਂ ਉੱਥੇ ਇਕੱਠੀਆਂ ਹੁੰਦੀਆਂ ਨੇ, ਪਰ ਹਾਲ ਉਹੀ ਹੈ, ਇੱਕ ਦੂਜੇ ਦੇ ਗਲ ਪੈ ਰਹੀਆਂ ਨੇ, ਹੱਥੋਂ ਪਈ ਹੋ ਰਹੀਆਂ ਨੇ। ਫਿਰ ਆਪਾਂ ਇਨਸਾਫ ਕਿੱਦਾਂ ਲੈ ਲਵਾਂਗੇ ਜਦ ਆਪਾਂ ਇੱਕ ਹੀ ਨਹੀਂ ਹੋਏ? ਦੇਖੋ ਵੀਰ, ਮੈਂ ਤੁਹਾਨੂੰ ਬੇਨਤੀ ਕੀਤੀ ਨਾ ਵੀ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ, ਅਸੀਂ ਧੜੇ ਵਜੇ ਛੱਡਦੇ ਨਹੀਂ, ਇੱਕ ਸਾਨੂੰ ਆਗੂ ਮੰਨਣਾ ਪੈਣਾ। ਇੱਕ ਪਲੇਟਫਾਰਮ 'ਤੇ ਇਕੱਠੇ ਹੋ ਜਾਈਏ। ਦੁਨੀਆ ਦੀ ਤਾਕਤ ਨਹੀਂ ਕਿ ਸਿੱਖਾਂ ਨੂੰ ਰੋਕ ਸਕਣਗੇ। ਹਰ ਬੰਦਾ ਬਾਬਾ ਜੀ ਕਹਿ ਰਿਹਾ ਕਿ ਆਗੂ ਮੈਂ ਹੋਵਾਂ, ਫਿਰ ਇਹ ਮਸਲੇ ਦਾ ਹੱਲ ਕਿੱਦਾਂ ਹੋਊ? ਕਿਉਂਕਿ ਚੌਧਰ ਦੇ ਆਪਾਂ ਕਹਿ ਤਾਂ ਰਹੇ ਕਿ ਆਪਾਂ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਣ ਵਾਸਤੇ ਅਸੀਂ ਭੱਜੇ ਫਿਰਦੇ, ਅਸੀਂ ਕਾਨਫਰੰਸ ਕਰਦੇ ਹਾਂ, ਪਰ ਇਹ ਈਗੋ ਕਿਉਂ ਨਹੀਂ ਛੱਡਦੇ ਕਿ ਮੈਂ ਪ੍ਰਧਾਨ ਬਣਨਾ ਹੈ ਜਾਂ ਦੂਜਾ ਕਹਿੰਦਾ ਮੈਂ ਪ੍ਰਧਾਨ ਬਣਨਾ ਹੈ? ਦੇਖੋ ਜੀ, ਜਿੰਨਾ ਚਿਰ ਅਸੀਂ ਅੰਦਰੋਂ ਈਗੋ ਨਹੀਂ ਛੱਡਦੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਹਉਮੈ ਨੂੰ ਤਿਆਗੋ, ਹਉਮੈ ਦੀਰਘ ਰੋਗ ਹੈ। ਇਹ ਬਹੁਤ ਵੱਡਾ ਰੋਗ ਆ ਸਾਡੇ ਮਨ ਅੰਦਰ ਹੈ ਕਿ ਮੈਂ ਲੀਡਰ ਹਾਂ, ਦੂਜਾ ਕਹਿੰਦਾ ਮੈਂ ਲੀਡਰ ਹਾਂ। ਇਹ ਮੈਂ ਪੁਣੇ ਨੂੰ ਤੇਰੇ ਪੁਣੇ ਨੂੰ ਛੱਡਣਾ ਪਵੇਗਾ, ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਰਨਾ ਪਵੇਗਾ, ਫਿਰ ਇਹ ਮਸਲੇ ਸਾਰੇ ਹੱਲ ਹੋ ਜਾਣਗੇ। ਤੇ ਬਾਬਾ ਜੀ ਅਗਲਾ ਸਵਾਲ ਮੇਰਾ ਇਹ ਕਿ ਆਪਾਂ ਜਿਸ ਜਗ੍ਹਾ 'ਤੇ ਬੈਠੇ ਹਾਂ, ਗੁਰਦੁਆਰਾ ਸਾਹਿਬ ਦੇ ਅੰਦਰ ਬੈਠੇ ਹਾਂ, ਰੋਡੇ ਪਿੰਡ ਦੇ ਵਿੱਚ ਬੈਠੇ ਹਾਂ ਆਪਾਂ ਇਸ ਟਾਈਮ, ਸੰਤਾਂ ਦਾ ਪਰਿਵਾਰ ਆ ਜਿਹੜਾ ਉਹ ਕਿੱਥੇ ਰਹਿ ਰਿਹਾ? ਸਾਰਾ ਪਰਿਵਾਰ ਇਸ ਟਾਈਮ ਕਿੱਥੇ ਰਹਿ ਰਹੇ ਨੇ? ਦੇਖੋ ਜੀ, ਸੰਤਾਂ ਦੇ ਜੋ ਦੋ ਭਜੰਗੀ ਨੇ, ਭਾਈ ਈਸਰ ਸਿੰਘ ਹੋਣੀ, ਭਾਈ ਇੰਦਰਜੀਤ ਸਿੰਘ ਹੋਣੀ। ਭਾਈ ਇੰਦਰਜੀਤ ਸਿੰਘ ਦੀ ਜਿਹੜੀ ਫੈਮਿਲੀ ਉਹ ਕੈਨੇਡਾ 'ਚ ਆ, ਭਾਈ ਈਸਰ ਸਿੰਘ ਹੋਣੀ ਜਲੰਧਰ ਰਹਿੰਦੇ ਨੇ, ਔਰ ਅੱਧੀ ਜਿਹੜੀ ਫੈਮਿਲੀ ਹੈ ਉਹ ਇੱਥੋਂ ਨੇੜੇ ਕੋਠੇ, ਗੁਰੂ ਕੇ ਕੋਠੇ ਵੱਜਦੇ ਨੇ, ਉੱਥੇ ਰਹਿੰਦੇ ਹਨ ਜੀ। ਹਾਂਜੀ, ਠੀਕ ਹੈ। ਬਾਬਾ ਜੀ ਅੱਜ ਜਨਮ ਦਿਹਾੜਾ ਮਨਾਇਆ ਗਿਆ ਆ ਸੰਤਾਂ ਦਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ, ਕਿੰਨੀਆਂ ਕੁ ਸੰਗਤਾਂ ਜਿਹੜੀਆਂ ਨਤਮਸਤਕ ਹੋਈਆਂ ਤੇ ਕਿਹੜੇ ਕਿਹੜੇ ਜਿਹੜੇ ਪੰਥ ਦੇ ਆਗੂ ਇੱਥੇ ਹਾਜ਼ਰ ਹੋਏ ਸੀ? ਦੇਖੋ ਜੀ, ਇਹ ਜਿਹੜਾ ਜਨਮ ਦਿਹਾੜਾ ਸੀ, ਇੱਕ ਤਾਂ ਲੋਕਡਾਊਨ ਚੱਲਦਾ ਸੀ, ਇਸ ਜਨਮ ਦਿਹਾੜੇ 'ਤੇ ਸਮੂਹੀ ਰੋਡੇ ਸੰਗਤਾਂ ਨੇ, ਨਗਰ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਤੋਂ ਇਲਾਵਾ ਮਹਾਂਪੁਰਖਾਂ ਦੇ ਸਪੁੱਤਰ ਭਾਈ ਈਸਰ ਸਿੰਘ ਉਹਨਾਂ ਨੇ ਹਾਜ਼ਰੀ ਭਰੀ, ਸਿੰਘ ਸਾਹਿਬ ਜਸਵੀਰ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਹਾਜ਼ਰੀ ਭਰੀ।
ਰਾਗੀ ਜਥੇ ਨੇ ਹਾਜ਼ਰੀ ਭਰੀ। ਇਸ ਤੋਂ ਇਲਾਵਾ ਬਾਬਾ ਗੁਰਦਿਆਲ ਸਿੰਘ, ਬਾਬਾ ਲੱਖਾ ਸਿੰਘ, ਇਸ ਤੋਂ ਇਲਾਵਾ ਹੋਰ ਵੀ ਜੋ ਨਗਰਾਂ ਦੇ ਮਹਾਤਮਾ ਸਤਿਪੁਰਸ਼ ਪਹੁੰਚੇ ਹਨ। ਜੀ ਹਾਂਜੀ। ਬਾਬਾ ਜੀ, ਅਖੀਰ ਤੇ ਮੇਰਾ ਇਹੀ ਸਵਾਲ ਆ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਆ, ਨਸ਼ਿਆਂ ਵੱਲ ਤੁਰੀ ਜਾ ਰਹੀ ਆ, ਸਿੱਖੀ ਨਾਲ ਜੋੜਨ ਵਾਸਤੇ ਜਿਹੜੀ ਦਮਦਮੀ ਟਕਸਾਲ ਆ ਜਾਂ ਸ਼੍ਰੋਮਣੀ ਕਮੇਟੀ ਆ, ਇਸ ਟਾਈਮ ਕੀ ਉਪਰਾਲੇ ਕਰ ਰਹੀ ਹੈ? ਦੇਖੋ ਜੀ, ਦਮਦਮੀ ਟਕਸਾਲ ਦਾ ਕੰਮ ਆ ਗੁਰਬਾਣੀ ਦੀ ਸੰਥਿਆ ਕਰਾਉਣੀ, ਕੀਰਤਨ ਸਿਖਾਉਣਾ, ਕਥਾ ਕਰਨੀ ਅਤੇ ਕੀਰਤਨ ਕਰਨਾ। ਜੋ ਇਹ ਸਥਾਨ ਮਹਾਂਪੁਰਖਾਂ ਦਾ ਬਣਿਆ, ਇੱਥੇ ਸੁਬਾਹ ਗੁਰਬਾਣੀ ਦੀ ਕਥਾ ਹੁੰਦੀ ਹੈ। ਇੱਕ ਕਥਾ ਸੰਪੂਰਨ ਹੋ ਚੁੱਕੀ, ਦੂਸਰੀ ਆਰੰਭ ਹੋਈ ਹੈ। ਇਸ ਤੋਂ ਇਲਾਵਾ 3 ਕਲਾਸਾਂ ਲੱਗਦੀਆਂ ਨੇ। ਨਗਰ ਦੇ ਬੱਚੇ ਸੰਥਿਆ ਪ੍ਰਾਪਤ ਕਰਦੇ ਨੇ। ਕੁਝ ਹੀ ਸਮੇਂ ਦੇ ਅੰਦਰ ਅੰਦਰ ਅਸੀਂ ਰਾਗੀ ਸਿੰਘ ਵੀ ਰੱਖ ਲਿਆ। ਅਸੀਂ ਰਾਗ ਵਿਦਿਆ ਜਿਹੜੀ ਉਹ ਵੀ ਆਰੰਭ ਕਰ ਰਹੇ ਹਾਂ। ਨਗਰ ਦਾ ਜਿਹੜਾ ਬੜਾ ਸਾਨੂੰ ਸੰਯੋਗ ਆ, ਨਗਰ ਦੇ ਬੱਚੇ ਗੁਰਬਾਣੀ ਦੀ ਸੰਥਿਆ ਵੀ ਪ੍ਰਾਪਤ ਕਰ ਰਹੇ ਨੇ। ਜੋ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਆ, ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ, ਕੋਈ ਮਾੜੀ ਮੋਟੀ ਜਥੇਬੰਦੀ ਨਹੀਂ, ਜਿਨ੍ਹਾਂ ਦੇ ਕੋਲ ਬਹੁਤ ਵੱਡਾ ਪ੍ਰਬੰਧ ਆ। ਇਸ ਤੋਂ ਇਲਾਵਾ ਜਿਹੜਾ ਉਹਨਾਂ ਦੇ ਪਾਸ ਬਜਟ ਆ, ਉਸ ਪੰਜਾਬ ਸਰਕਾਰ ਤੋਂ ਵੀ ਵੱਧ ਆ। ਇਸ ਕਰਕੇ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦਾ ਫਰਜ਼ ਹੈ ਉਹ ਹੈ ਵੀ ਨਗਰਾਂ ਦੇ ਅੰਦਰ ਗੁਰਸਿੱਖੀ ਦਾ ਪ੍ਰਚਾਰ ਕਰਾਉਣ, ਕੀਰਤਨ ਕਰਾਉਣ, ਢਾਡੀ ਜਥੇ ਭੇਜਣ, ਕਥਾਵਾਚਕ ਭੇਜਣ, ਉਹ ਵੀ ਆਪਣਾ ਫਰਜ਼ ਨਿਭਾਉਣ। ਬਾਬਾ ਜੀ, ਇੱਕ ਗੱਲ ਰਹਿ ਗਈ ਆਪਣੇ ਸੰਤ ਭਿੰਡਰਾਂ ਵਾਲੇ ਜਦੋਂ ਵੀ ਕਿਸੇ ਤੇ ਮਿਹਰ ਦੀ ਨਿਗਾਹ ਕਰਦੇ ਸਨ, ਚਾਹੇ ਉਹ ਬੰਦਾ ਦਾਰੂ ਪੀਂਦਾ ਸੀ। ਫਿਰੋਜ਼ਪੁਰ ਜ਼ਿਲ੍ਹੇ ਦੀ ਇੱਕ ਮੈਂ ਗੱਲ ਸੁਣੀ ਸੀ ਕਿ ਸੰਤ ਜੀ ਦਮਦਮੀ ਟਕਸਾਲ ਦੇ ਨਾਲ ਕਿਸੇ ਦੇ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਗਏ ਤਾਂ ਉੱਥੇ ਕੋਈ ਸ਼ਰਾਬੀ ਸੀ, ਤਾਂ ਉਹ ਸ਼ਰਾਬੀ ਕਹਿਣ ਲੱਗ ਗਿਆ ਕਿ ਸੰਤਾਂ ਨਾਲ ਮੈਂ ਪੰਜਾ ਲੜਾਉਣਾ। ਤਾਂ ਸੰਤਾਂ ਨੇ ਕਿਹਾ ਵੀ ਗੁਰੂ ਕਿਰਪਾ ਕਰੂ, ਕੋਈ ਗੱਲ ਨਹੀਂ, ਤੂੰ ਠੰਡਾ ਰਹਿ। ਤਾਂ ਸੁਣਨ ਦੇ ਵਿੱਚ ਆਇਆ ਕਿ ਦੂਜੇ ਦਿਨ ਹੀ ਉਹ ਜਿਹੜਾ ਦਾਰੂ ਪੀਤੀ ਵਾਲਾ ਇਨਸਾਨ ਸੀ ਉਹ ਗੁਰੂ ਵਾਲਾ ਬਣ ਗਿਆ, ਉਹਨਾਂ ਨੇ ਅੰਮ੍ਰਿਤ ਛਕ ਲਿਆ। ਇੱਦਾਂ ਦੀ ਕੋਈ ਸਾਨੂੰ ਸੰਤਾਂ ਦੀ ਘਟਨਾ ਜਿਹੜੀ ਹੋਵੇ ਉਹ ਸਾਨੂੰ। ਦੇਖੋ ਜੀ, ਮਹਾਂਪੁਰਖਾਂ ਨੇ ਕੋਈ ਇੱਕ ਨਹੀਂ ਸ਼ਰਾਬੀ, ਬਹੁਤ ਜਿਹੜੇ ਸ਼ਰਾਬੀ ਸਨ। ਜਿਵੇਂ ਨਗਰ ਫਿਰੋਜ਼ਪੁਰ ਦੇ ਅੰਦਰ ਸ਼ਾਇਦ ਆਰਫ ਕੇ ਪਿੰਡ ਪੈਂਦਾ ਜੀ, ਉੱਥੋਂ ਦਾ ਭਾਈ ਇੱਕ ਰਸਾਲ ਸਿੰਘ ਸੀ ਅਤੇ ਮਹਾਂਪੁਰਖ ਜਥੇ ਸਮੇਤ ਉੱਥੇ ਕਥਾ ਕਰਨ ਗਏ ਨੇ ਅਤੇ ਨਾਲ ਸਿੰਘ ਸਨ। ਕਥਾ ਕੀਤੀ, ਕਥਾ ਕਰਨ ਤੋਂ ਬਾਅਦ ਬਾਹਰ ਆਏ, ਉਹ ਪੱਟਾਂ ਦੀਆਂ ਥਾਪੀਆਂ ਮਾਰੇ ਅਤੇ ਕਹਿਣ ਲੱਗਾ ਸਾਧਾ ਮੈਨੂੰ ਸਿੱਧਾ ਕਰ। ਮਹਾਂਪੁਰਖ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਭਾਈ ਮੈਂ ਸਿੱਧਾ ਕਰਨ ਵਾਲਾ ਕੌਣ ਆ, ਤੈਨੂੰ ਸਿੱਧਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਰਨਗੇ। ਐਸੇ ਮਹਾਂਪੁਰਖਾਂ ਦੇ ਬਚਨਾਂ ਦੇ ਤੀਰ ਮੈਂ ਪਹਿਲਾਂ ਬੇਨਤੀ ਕੀਤੀ ਕਿ ਕਮਾਈ ਵਾਲੇ ਦੇ ਜਿਹੜੇ ਨਿਕਲਦੇ ਬੋਲ ਉਹ ਟੱਲ ਹੋ ਜਾਂਦੇ ਨੇ। ਉਹ ਭਾਈ ਰਸਾਲ ਸਿੰਘ ਨੇ ਅੰਮ੍ਰਿਤਪਾਨ ਕੀਤਾ। ਸਮਾਂ ਆਇਆ 1984 ਦੇ ਅੰਦਰ ਘੱਲੂਘਾਰਾ ਵਾਪਰਿਆ ਅਤੇ ਸਭ ਤੋਂ ਪਹਿਲਾਂ ਸ਼ਹਾਦਤ ਭਾਈ ਰਸਾਲ ਸਿੰਘ ਦੀ ਹੋਈ। ਪਰ ਉਹਦੇ ਪਿੱਛੇ ਕਾਰਨ ਕੀ? ਕਬੀਰ ਲਾਗਤ ਹੀ ਪੋਇ ਗਿਰ ਪਰਿਆ ਕਲੇਜੇ ਛੇਕ। ਮਹਾਂਪੁਰਖਾਂ ਦੇ ਬਚਨਾਂ ਰੂਪੀ ਤੀਰ ਜਿਹੜਾ ਸੀ ਵੱਜਾ, ਪਰ ਤੀਰ ਪਿੱਛੇ ਕਮਾਈ, ਕਿਉਂਕਿ ਕਮਾਈ ਤੋਂ ਬਿਨਾਂ ਕੋਈ ਖੇਡ ਨਹੀਂ। ਇੱਕ ਸ਼ਰਾਬੀ ਤੋਂ ਗੁਰਮੁਖ ਬਣ ਕੇ ਤੇ ਐਡੀ ਵੱਡੀ ਸ਼ਹਾਦਤ ਦਾ ਜਾਨ ਪੀ ਜਾਣਾ, ਕੁਰਬਾਨੀ ਦਿੱਤੀ। ਹਾਂਜੀ, ਬਹੁਤ ਵੱਡੀ। ਅਖੀਰ ਤੇ ਬਾਬਾ ਜੀ, ਤੁਸੀਂ ਇੱਥੇ ਮੁੱਖ ਗ੍ਰੰਥੀ ਵੀ ਹੋ, ਸੇਵਾ ਵੀ ਨਿਭਾ ਰਹੇ ਹੋ, ਮੁਖੀ ਵੀ ਹੋ ਇਹ ਗੁਰਦੁਆਰਾ ਸਾਹਿਬ ਦੇ, ਕੀ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿੱਥੇ ਅੱਜ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਸਮੁੱਚੀਆਂ ਹੀ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਉੱਥੇ ਨਾਲ ਨਾਲ ਜੋ ਸ਼ਹੀਦੀ ਹਫ਼ਤਾ ਹੈ, ਜੋ ਮਹਾਂਪੁਰਖਾਂ ਦੀ ਯਾਦ ਅੰਦਰ, ਸਮੂਹ ਸ਼ਹੀਦਾਂ ਦੀ ਯਾਦ ਅੰਦਰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਸਮਾਗਮ ਜਿਹੜੇ ਨੇ ਚੱਲ ਰਹੇ ਨੇ। ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਅੰਦਰ ਉਹਨਾਂ ਨੂੰ ਇਹੋ ਹੀ ਸ਼ਰਧਾ ਹੈ ਕਿ ਆਪਾਂ ਉਹਨਾਂ ਮਹਾਂਪੁਰਖਾਂ ਦੀ ਯਾਦ ਅੰਦਰ, ਉਹਨਾਂ ਸ਼ਹੀਦਾਂ ਦੀ ਯਾਦ ਅੰਦਰ ਆਪਾਂ ਸ਼ਰਧਾ ਦੇ ਨਾਲ ਜਪਜੀ ਸਾਹਿਬ ਦੇ, ਚੌਪਈ ਸਾਹਿਬ ਦੇ ਪਾਠ ਕਰੀਏ, ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਮਹਾਂਪੁਰਖਾਂ ਨੇ ਜੋ ਕਦਮ ਚੁੱਕਿਆ, ਸਾਡੇ ਵਾਸਤੇ ਚੁੱਕਿਆ, ਸਿੱਖ ਧਰਮ ਵਾਸਤੇ ਚੁੱਕਿਆ, ਕਿਰਪਾ ਕਰੋ ਕਿ ਉਹ ਜਿਹੜੇ ਮਹਾਂਪੁਰਖਾਂ ਦੇ ਬੋਲ ਸਨ ਅਟੱਲ ਹੋ ਜਾਣ। ਅਤੇ ਉਹਨਾਂ ਮਹਾਂਪੁਰਖਾਂ ਦੀ ਇਹੀ ਸ਼ਰਧਾਂਜਲੀ ਹੈ। ਇਹ ਸਨ ਸਾਡੇ ਨਾਲ ਬਾਬਾ ਬਲਵਿੰਦਰ ਸਿੰਘ ਜੀ, ਜਿਹੜੇ ਮੁੱਖ ਸੇਵਾਦਾਰ ਨੇ। ਰੋਡੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਜਿਹੜਾ ਜਨਮ ਸਥਾਨ ਬਣਿਆ ਹੋਇਆ, ਉੱਥੋਂ ਦੇ ਮੁੱਖ ਸੇਵਾਦਾਰ ਨੇ। ਉਹਨਾਂ ਨੇ ਅਪੀਲ ਕੀਤੀ ਹੈ ਸੰਗਤ ਨੂੰ ਕਿ ਗੁਰੂ ਚਰਨਾਂ ਦੇ ਨਾਲ ਜੁੜਨਾ ਚਾਹੀਦਾ। ਗੁਰੂ ਚਰਨਾਂ ਦੇ ਨਾਲ ਜੁੜ ਕੇ ਸਿੱਖ ਸਜੋ, ਸਿੰਘ ਸਜੋ ਅਤੇ ਗੁਰਬਾਣੀ ਦਾ ਜਿਹੜਾ ਜਾਪ ਆ, ਜੂਨ ਮਹੀਨਾ ਚੱਲ ਰਿਹਾ ਹੈ, 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜਿਹੜਾ ਇਹ ਘੱਲੂਘਾਰਾ ਦਿਵਸ ਦਾ ਦਿਨ ਚੱਲ ਰਹੇ ਨੇ, ਤਾਂ ਜਪਜੀ ਸਾਹਿਬ ਦੇ ਪਾਠ ਆ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਰੰਭ ਕਰਕੇ ਆਪਣਾ
ਸਮੇਂ 'ਚੋਂ ਸਮਾਂ ਕੱਢ ਕੇ ਜਿਹੜਾ ਹਰ ਰੋਜ਼ ਰੂਟੀਨ ਦੇ ਵਿੱਚ ਗੁਰਬਾਣੀ ਦਾ ਜਿਹੜਾ ਜਾਪ ਕਰਨਾ ਚਾਹੀਦਾ। ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਹੈਰੀ ਦੇ ਨਾਲ ਸੁਖ ਗਿੱਲ, ਔਨ 에ਅਰ, ਰੋਡੇ ਪਿੰਡ, ਜ਼ਿਲ੍ਹਾ ਮੋਗਾ।